ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਇਸ ਸੀਰੀਜ਼ ਦੀ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਆਓ ਅੱਜ ਜਪਜੀ ਸਾਹਿਬ ਜੀ ਦੀ 24ਵੀਂ ਪੌੜੀ ਦੀ ਸਰਲ ਵਿਚਾਰ ਅਤੇ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਆਓ ਸਰਵਣ ਕਰੀਏ ਪੌੜੀ ਦਾ ਮੂਲ ਪਾਠ। ਵਾਹਿਗੁਰੂ ਸਾਹਿਬ ਜੀਓ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਣੈ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ, ਤਾਂਕੇ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਇ, ਵੱਡਾ ਸਾਹਿਬ ਊਚਾ ਥਾਂ, ਊਚੇ ਉਪਰ ਊਚਾ ਨਾਉ, ਏਵੜ ਊਚਾ ਹੋਵੈ ਕੋਇ, ਤਿਸ ਊਚੇ ਕੋ ਜਾਣੈ ਸੋਇ, ਜੇ ਵਡਿਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ 24ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੀ ਵਿਸ਼ਾਲਤਾ ਦਾ ਵਰਣਨ ਕਰ ਰਹੇ ਨੇ। ਜਿਵੇਂ ਕਿ ਪਿਛਲੀਆਂ ਪੌੜੀਆਂ ਦੇ ਵਿੱਚ ਇਹ ਜ਼ਿਕਰ ਲਗਾਤਾਰ ਚੱਲ ਰਿਹਾ ਹੈ, ਤੇ ਇਸ 24ਵੀਂ ਪੌੜੀ ਦੇ ਵਿੱਚ ਵੀ ਅਕਾਲ ਪੁਰਖ ਦੀ ਵਿਸ਼ਾਲਤਾ, ਉਹਦੀ ਬਹੁਤਤਾ, ਉਹਦੇ ਗੁਣਾਂ ਦਾ ਦਰਜਾ, ਉਹਦੇ ਗੁਣਾਂ ਦਾ ਬਿਆਨ ਗੁਰੂ ਨਾਨਕ ਸਾਹਿਬ ਜੀ ਸਾਡੇ ਨਾਲ ਸਾਂਝਾ ਕਰ ਰਹੇ ਨੇ। ਜਿਵੇਂ ਕਿ 22ਵੀਂ ਪੌੜੀ ਦੇ ਵਿੱਚ ਆਪਾਂ ਇੱਕ ਤੁਕ ਪੜ੍ਹੀ, ਲੇਖੈ ਹੋਏ ਵਿਨਾਸ਼, ਕਿ ਜਿਤਨਾ ਮਰਜ਼ੀ ਲਿਖਣ ਦੀ ਕੋਸ਼ਿਸ਼ ਕਰੀਏ ਇੱਥੇ ਲੇਖੇ ਮੁੱਕ ਜਾਂਦੇ ਨੇ, ਭਾਵ ਲਿਖਣ ਦੇ ਹਿੰਦਸੇ ਡਿਜਿਟਸ ਮੁੱਕ ਜਾਂਦੇ ਨੇ, ਗਿਣਤੀ ਮੁੱਕ ਜਾਂਦੀ ਹੈ। ਪਰ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਦਾਤਾਂ, ਪਰਮਾਤਮਾ ਦੇ ਕੀਤੇ ਹੋਏ ਚੰਗੇ ਕਰਮ, ਉਹਦੀ ਵਿਸ਼ਾਲਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਅੱਜ ਦੀ 24ਵੀਂ ਪੌੜੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਇਸੇ ਤਰੀਕੇ ਦੇ ਹੀ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਨੇ। ਪਹਿਲੀ ਤੁਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਡੇ ਨਾਲ ਸਾਂਝਾ ਕਰ ਰਹੇ ਨੇ, ਅੰਤ ਨ ਸਿਫਤੀ ਕਹਿਣ ਨ ਅੰਤ, ਕਿ ਪਰਮਾਤਮਾ ਦੀ ਕਿਤਨੀ ਸਿਫਤ ਸਲਾਹ ਹੈ, ਕਿ ਉਹਦੀਆਂ ਕਿੰਨੀਆਂ ਸਿਫਤਾਂ ਨੇ, ਕਿੰਨੀਆਂ ਉਹਨੇ ਚੰਗੀਆਂ ਦਾਤਾਂ ਸਾਨੂੰ ਦਿੱਤੀਆਂ ਨੇ। ਕਹਿੰਦੇ ਨੇ ਕਿ ਉਹਨਾਂ ਦਾ ਅੰਤ ਨਹੀਂ ਹੈ। ਅੰਤ ਕਹਿਣ ਨਾ ਅੰਤ, ਜੇਕਰ ਅਸੀਂ ਕਹਿਣਾ ਸ਼ੁਰੂ ਕਰੀਏ ਇਹਦੇ ਬਾਰੇ, ਪਰਮਾਤਮਾ ਦੀਆਂ ਸਲਾਹਾਂ, ਪਰਮਾਤਮਾ ਦੀਆਂ ਸਿਫਤਾਂ, ਉਹਦੇ ਬਾਰੇ ਜੇ ਬੋਲਣਾ ਸ਼ੁਰੂ ਕਰੀਏ ਤਾਂ ਕਹਿਣ ਦੇ ਨਾਲ ਉਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਕਰਣੈ ਦੇਣ ਨਾ ਅੰਤ, ਕਰਣੈ ਭਾਵ ਪਰਮਾਤਮਾ ਦੇ ਕੀਤੇ ਹੋਏ ਕੰਮ, ਪਰਮਾਤਮਾ ਦੇ ਕੀਤੇ ਹੋਏ ਕੰਮਾਂ ਦਾ, ਉਹਦੇ ਬਣਾਈ ਹੋਈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਅੰਤ ਨਾ ਕਰਣੈ ਦੇਣ ਨਾ ਅੰਤ, ਪਰਮਾਤਮਾ ਨੇ ਕੀ ਕੁਛ ਦਾਤਾਂ ਸਾਨੂੰ ਦੇਤੀਆਂ, ਸਾਨੂੰ ਕੀ ਕੁਛ ਦਿੱਤਾ ਹੈ, ਉਹ ਕੀ ਕੁਛ ਦੇ ਰਿਹਾ ਹੈ, ਇਸ ਚੀਜ਼ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਕਰਣੈ, ਕੀਤੇ ਹੋਏ ਕੰਮਾਂ ਦਾ ਕੋਈ ਅੰਤ ਨਹੀਂ, ਦੇਣ ਨਾ ਅੰਤ, ਦਿੱਤੀਆਂ ਹੋਈਆਂ ਦਾਤਾਂ ਦਾ ਕੋਈ ਅੰਤ ਨਹੀਂ। ਅੰਤ ਨਾ ਵੇਖਣ ਸੁਣਨ ਨਾ ਅੰਤ, ਤੇ ਜੇਕਰ ਮੈਂ ਕੋਸ਼ਿਸ਼ ਕਰਾਂ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਪਰਮਾਤਮਾ ਦੇ ਕੀਤੇ ਹੋਏ ਕਾਰਜਾਂ, ਪਰਮਾਤਮਾ ਦੀਆਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਜੇਕਰ ਮੈਂ ਦੇਖਣਾ ਹੀ ਸ਼ੁਰੂ ਕਰਾਂ, ਤਾਂ ਕਹਿੰਦੇ ਨੇ ਮੇਰੇ ਦੇਖਣ ਦੇ ਨਾਲ ਵੀ ਪਰਮਾਤਮਾ ਦੀਆਂ ਬਖਸ਼ਿਸ਼ਾਂ, ਪਰਮਾਤਮਾ ਦੀ ਵਿਸ਼ਾਲਤਾ ਮੇਰੇ ਦੇਖਣ ਦੇ ਨਾਲ ਵੀ ਖਤਮ ਨਹੀਂ ਹੋਏਗੀ। ਮੈਂ ਖਤਮ ਹੋ ਜਾਵਾਂਗਾ, ਪਰ ਮੇਰੇ ਦੇਖਦੇ ਦੇਖਦੇ ਪਰਮਾਤਮਾ ਦੁਆਰਾ ਦਿੱਤੀਆਂ ਗਈਆਂ ਬਖਸ਼ਿਸ਼ਾਂ,
ਪਰਮਾਤਮਾ ਦੁਆਰਾ ਬਣਾਇਆ ਗਿਆ ਬ੍ਰਹਿਮੰਡ, ਉਸ ਦਾ ਅੰਤ ਨਹੀਂ ਮੈਂ ਦੇਖ ਸਕਦਾ। ਅੰਤ ਨਾ ਦੇਖਣ, ਦੇਖਣ ਦੇ ਨਾਲ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਨਾਲ ਹੀ ਸੁਣਨ ਨਾ ਅੰਤ, ਕਿ ਜੇਕਰ ਮੈਂ ਸੁਣਨਾ ਸ਼ੁਰੂ ਕਰਦਾ ਕਿ ਪਰਮਾਤਮਾ ਨੇ ਕੀ ਕੁਛ ਬਣਾਇਆ, ਕਿਹੜੀਆਂ ਦਾਤਾਂ ਦਿੱਤੀਆਂ, ਕਿੰਨੇ ਚੰਗੇ ਗੁਣ ਨੇ ਪਰਮਾਤਮਾ ਦੇ, ਕਹਿੰਦੇ ਮੇਰੇ ਸੁਣਨ ਦੇ ਨਾਲ ਵੀ ਉਹ ਖਤਮ ਨਹੀਂ ਹੋਣਗੇ। ਪਰਮਾਤਮਾ ਦੀਆਂ ਦਾਤਾਂ, ਪਰਮਾਤਮਾ ਦੇ ਗੁਣ, ਪਰਮਾਤਮਾ ਦਾ ਪਸਾਰਾ ਇਤਨਾ ਵੱਡਾ ਹੈ ਕਿ ਉਹਦੇ ਬਾਰੇ ਸਾਰਾ ਕੁਝ ਜ਼ਿਕਰ ਸੁਣਨਾ ਮੇਰੀ ਇੱਕ ਛੋਟੀ ਜੀ ਉਮਰ ਦੇ ਵਿੱਚ ਸੰਪੂਰਨ ਨਹੀਂ ਹੋ ਸਕਦਾ। ਨਾ ਮੈਂ ਬੋਲ ਕੇ ਪਰਮਾਤਮਾ ਦੇ ਪਸਾਰੇ ਦਾ ਅੰਤ ਕਰ ਸਕਦਾ ਹਾਂ, ਤੇ ਨਾ ਮੈਂ ਸੁਣ ਕੇ ਪਰਮਾਤਮਾ ਦੇ ਪਸਾਰੇ ਦਾ ਅੰਤ ਪਾ ਸਕਦਾ ਹਾਂ। ਇਹਨਾਂ ਚੀਜ਼ਾਂ ਦੇ ਨਾਲ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਸਾਰੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇਹੋ ਜਿਹੀਆਂ ਹੀ ਵਿਚਾਰਾਂ ਦੀ ਸਾਡੇ ਨਾਲ ਸਾਂਝ ਪਾ ਰਹੇ ਨੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਕੀਤੀਆਂ ਜਾਣ, ਕਿਹੜੇ-ਕਿਹੜੇ ਕਰਮ ਕੀਤੇ ਜਾਣ ਕਿ ਜਿਨ੍ਹਾਂ ਨਾਲ ਅਸੀਂ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰੀਏ। ਇਹ ਸਾਰਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਸਾਨੂੰ ਅੱਜ ਦੀ ਪੌੜੀ ਵਿੱਚ ਦੱਸ ਰਹੇ ਨੇ। ਕਹਿੰਦੇ ਅੰਤ ਨ ਜਾਪੈ ਕਿਆ ਮਨ ਮੰਤ। ਕਹਿੰਦੇ ਨੇ ਕਿ ਜਿੱਥੋਂ ਤੱਕ ਤਾਂ ਅਸੀਂ ਪਸਾਰਾ ਪਰਮਾਤਮਾ ਦਾ ਜਿਹੜਾ ਬਣਾਇਆ, ਉਹਦਾ ਤਾਂ ਅੰਤ ਪਾ ਹੀ ਨਹੀਂ ਸਕਦੇ। ਤੇ ਕਹਿੰਦੇ ਨੇ ਕਿ ਇੱਥੋਂ ਤੱਕ ਕਿ ਪਰਮਾਤਮਾ ਦੇ ਮਨ ਦੇ ਵਿੱਚ ਕੀ ਚੱਲਦਾ ਪਿਆ, ਕਿ ਅੱਗੇ ਉਹ ਹੋਰ ਕੀ ਕਰਨਾ ਚਾਹੁੰਦਾ ਹੈ, ਪਰਮਾਤਮਾ ਕਿਹੜੀਆਂ-ਕਿਹੜੀਆਂ ਦਾਤਾਂ ਦੇਣੀਆਂ ਚਾਹੁੰਦਾ ਹੈ, ਪਰਮਾਤਮਾ ਹੋਰ ਕਿੱਥੇ ਬ੍ਰਹਿਮੰਡ ਨੂੰ ਫੈਲਾਉਣਾ ਚਾਹੁੰਦਾ ਹੈ, ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਕਹਿੰਦੇ ਅਸੀਂ ਇਸ ਦਾ ਵੀ ਥੋਹ ਅੰਦਾਜ਼ਾ ਨਹੀਂ ਪਾ ਸਕਦੇ, ਇਸ ਦਾ ਵੀ ਅੰਤ ਨਹੀਂ ਪਾ ਸਕਦੇ। ਅੰਤ ਨ ਜਾਪੇ ਕਿਆ ਮਨ ਮੰਤ, ਤੇ ਅੰਤ ਨ ਜਾਪੈ ਕੀਤਾ ਆਕਾਰ। ਪਰਮਾਤਮਾ ਨੇ ਕਿਤਨਾ ਆਕਾਰ ਬਣਾਇਆ, ਕਿਤਨੀ ਦੁਨੀਆ ਬਣਾਈ, ਕਿਤਨਾ ਬ੍ਰਹਿਮੰਡ ਬਣਾਇਆ, ਇਹ ਕਿਤਨੇ ਪਸਾਰੇ ਬਣਾਏ, ਇਹਦੇ ਵਿੱਚ ਕਿੰਨੇ ਤਾਰੇ, ਸੂਰਜ, ਚੰਦਰਮਾ ਹਨ। ਕਹਿੰਦੇ ਨੇ ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨ ਜਾਪੈ ਕੀਤਾ ਆਕਾਰ। ਆਕਾਰ ਮਤਲਬ ਕਿ ਜੋ ਪਰਮਾਤਮਾ ਨੇ ਆਸ-ਪਾਸ ਬ੍ਰਹਿਮੰਡ ਬਣਾਇਆ, ਉਹ ਸਾਰੇ ਦਾ ਅੰਤ ਅਸੀਂ ਨਹੀਂ ਪਾ ਸਕਦੇ। ਅੰਤ ਨ ਜਾਪੈ ਪਾਰਾਵਾਰ। ਕਹਿੰਦੇ ਨੇ ਕਿ ਨਾ ਤਾਂ ਅਸੀਂ ਪਸਾਰੇ ਦਾ ਅੰਤ ਪਾ ਸਕਦੇ ਹਾਂ, ਨਾ ਅਸੀਂ ਪਾਰ-ਵਾਰ, ਭਾਰ ਕਿ ਨਾ ਇੱਧਰਲਾ ਪਾਸਾ ਤੇ ਨਾ ਪਰਲਾ ਪਾਸਾ, ਦੋਨਾਂ ਵਾਲੇ ਪਾਸੇ ਵੀ ਨਹੀਂ ਅਸੀਂ ਦੇਖ ਸਕਦੇ। ਅਸੀਂ ਤਾਂ ਕਿਤੇ ਵਿਚਕਾਰ ਹੀ ਉਲਝੇ ਹੋਏ ਹਾਂ। ਪਰਮਾਤਮਾ ਦੇ ਬਣਾਏ ਪਸਾਰੇ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ, ਪਰਮਾਤਮਾ ਦੇ ਬਣਾਏ ਪਸਾਰੇ ਦਾ ਅੰਤ ਕਿੱਥੇ ਹੋ ਰਿਹਾ ਹੈ। ਕਹਿੰਦੇ ਨੇ ਕਿ ਇਹ ਅੰਤ ਅਸੀਂ ਨਹੀਂ ਪਾ ਸਕਦੇ। ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ। ਇਸ ਦੁਨੀਆ ਦੇ ਵਿੱਚ ਬੇਅੰਤ ਲੋਕ ਨੇ ਜਿਹੜੇ ਕੀ ਕਰ ਰਹੇ ਨੇ, ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਅੰਤ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਪਰਮਾਤਮਾ ਦੇ ਖਜ਼ਾਨਿਆਂ ਦਾ ਅੰਤ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਪਰਮਾਤਮਾ ਦੀਆਂ ਦਾਤਾਂ ਦਾ ਅੰਤ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੀ ਗਿਣਤੀ ਮਿਣਤੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅੰਤ ਕਾਰਨ ਕਿਤੇ ਬਿਲ ਲਾਹੇ। ਕਹਿੰਦੇ ਬਹੁਤ ਸਾਰੇ ਲੋਕ ਭਟਕਦੇ ਫਿਰਦੇ ਨੇ, ਵਿਲਕਦੇ ਫਿਰਦੇ ਨੇ, ਕੁਰਲਾ ਰਹੇ ਨੇ, ਪਰ ਉਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਵਸਤਾਂ, ਪਰਮਾਤਮਾ ਦੀ ਕੀਤੀ ਹੋਈ ਕਲਾਕਾਰੀ, ਪਰਮਾਤਮਾ ਦੇ ਬਣਾਏ ਬ੍ਰਹਿਮੰਡ, ਪਰਮਾਤਮਾ ਦੀਆਂ ਦਾਤਾਂ ਦਾ ਅੰਤ ਨਹੀਂ ਪਾ ਸਕਦੇ। ਤਾਂ ਕਿ ਅੰਤ ਨਾ ਪਾਏ ਜਾਹੇ। ਇਸ ਤੁਕ ਦੇ ਵਿੱਚ ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ, ਬਿਲਕੁਲ ਹੀ ਸਰਲ ਤਰੀਕੇ ਨਾਲ ਹੈ। ਜਿਸ ਤਰ੍ਹਾਂ ਅਸੀਂ ਪੜ੍ਹਦੇ ਜਾਵਾਂਗੇ ਸਾਨੂੰ ਅਰਥ ਨਾਲੋਂ ਨਾਲ ਹੀ ਸਪਸ਼ਟ ਹੁੰਦੇ ਜਾਂਦੇ ਨੇ। ਤਾਂ ਕਿ ਅੰਤ ਨਾ ਪਾਏ ਜਾਏ, ਪਰਮਾਤਮਾ ਦੇ ਕੀਤੇ ਪਸਾਰੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਅੰਤ ਨਾ ਜਾਣੈ ਕੋਇ। ਪਰਮਾਤਮਾ ਕਿਤਨਾ ਬੇਅੰਤ ਹੈ। ਕਹਿੰਦੇ ਨੇ ਇਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਕਿਸੇ ਜੀਵ ਦੇ ਵਿੱਚ ਇਤਨੀ ਤਾਕਤ ਨਹੀਂ ਹੈ ਕਿ ਪਰਮਾਤਮਾ ਦਾ ਅੰਤ ਪਾ ਸਕੇ। ਹੋ ਕੀ ਰਿਹਾ, ਬਹੁਤਾ ਕਹੀਐ ਬਹੁਤਾ ਹੋਏ, ਕਿ ਜਿੰਨੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਪਰਮਾਤਮਾ ਦਾ ਅੰਤ ਲੱਭਣ ਦੀ, ਇਹ ਪਰਮਾਤਮਾ ਉਤਨਾ ਜ਼ਿਆਦਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹ ਇਸ ਤਰੀਕੇ ਨਾਲ ਹੈ ਕਿ ਸਾਨੂੰ ਇੱਕ ਲੱਗਿਆ ਕਿ ਇਹ ਇੱਕ ਛੋਟਾ ਜਿਹੀ ਰੱਸੀ ਹੈ, ਅਸੀਂ ਖਿੱਚਣੀ ਸ਼ੁਰੂ ਕੀਤੀ ਸੀ, ਜਿਤਨੀ ਜ਼ਿਆਦਾ ਰੱਸੀ ਖਿੱਚੀ ਜਾ ਰਹੇ ਹਾਂ, ਉਹ ਰੱਸੀ ਹੋਰ ਲੰਬੀ ਹੋਈ ਜਾ ਰਹੀ ਹੈ, ਹੋਰ ਲੰਬੀ ਹੋਈ ਜਾ ਰਹੀ ਹੈ। ਅਸੀਂ ਰੱਸੀ ਨੂੰ ਖਿੱਚੀ ਜਾ ਰਹੇ ਹਾਂ, ਪਰ ਰੱਸੀ ਖਤਮ ਨਹੀਂ ਹੋ ਰਹੀ ਹੈ। ਜਾਂ ਅਸੀਂ ਕਿਸੇ ਸੁਰੰਗ ਦੇ ਵਿੱਚ ਚਲੇ ਗਏ ਹਾਂ, ਸਾਨੂੰ ਲੱਗਦਾ ਕਿ ਛੋਟੀ ਜਿਹੀ ਹੈ, ਪਰ ਉਹ ਸੁਰੰਗ 'ਚ ਜਿੰਨਾ ਅਸੀਂ ਅੱਗੇ ਜਾਈ ਜਾ ਰਹੇ ਹਾਂ, ਉਹ ਸੁਰੰਗ ਉਤਨੀ ਹੀ ਲੰਬੀ ਹੁੰਦੀ ਜਾ ਰਹੀ ਹੈ। ਤੇ ਸੇਮ ਇਸੇ ਤਰੀਕੇ ਦੇ ਨਾਲ ਕਿ ਪਰਮਾਤਮਾ ਬਾਰੇ ਖੋਜਬੀਨ ਕਰਨ ਦੇ ਨਾਲ ਕੀ ਹੋਏਗਾ,
ਜਿੰਨਾ ਅਸੀਂ ਇਹਦੇ ਬਾਰੇ ਪੜ੍ਹਨਾ ਸ਼ੁਰੂ ਕਰਾਂਗੇ, ਜਿੰਨਾ ਅਸੀਂ ਲੱਭਣਾ ਸ਼ੁਰੂ ਕਰਾਂਗੇ, ਜਿਤਨੀ ਅਸੀਂ ਖੋਜ ਕਰਨੀ ਸ਼ੁਰੂ ਕਰਾਂਗੇ, ਇਹ ਉਤਨਾ ਹੀ ਹੋਰ ਵਿਸ਼ਾਲ ਹੁੰਦਾ ਜਾਏਗਾ। ਪਰਮਾਤਮਾ ਦਾ ਅੰਤ ਸਾਨੂੰ ਲੱਭੇਗਾ ਨਹੀਂ, ਪਰ ਇਸ ਲੱਭਣ ਦੀ ਖੋਜ 'ਚ ਸਾਨੂੰ ਇਹਦੀ ਵਿਸ਼ਾਲਤਾ ਜਿਹੜੀ ਹੈ ਉਹਦਾ ਅਹਿਸਾਸ ਹੋਣਾ ਸ਼ੁਰੂ ਹੋਏਗਾ ਕਿ ਜਿੰਨਾ ਅਸੀਂ ਲੱਭ ਰਹੇ ਹਾਂ ਉਹ ਤਾਂ ਅਸੀਂ ਕਿਸੇ ਕਿਨਾਰੇ ਤੇ ਬੈਠੇ ਹਾਂ, ਪਰ ਪਰਮਾਤਮਾ ਤਾਂ ਬਹੁਤ ਵਿਸ਼ਾਲ ਹੈ। ਬਹੁਤਾ ਕਹੀਏ ਬਹੁਤਾ ਹੋਏ। ਜਿੰਨਾ ਜ਼ਿਆਦਾ ਵੱਡਾ ਅਸੀਂ ਕਹੀ ਜਾ ਰਹੇ ਹਾਂ, ਪਰਮਾਤਮਾ ਉਸ ਤੋਂ ਵੀ ਹੋਰ ਵੱਡਾ, ਹੋਰ ਵਿਸ਼ਾਲ ਹੁੰਦਾ ਜਾ ਰਿਹਾ। ਕਹਿੰਦੇ ਪਰਮਾਤਮਾ ਕਿੱਡਾ ਵੱਡਾ ਹੈ? ਵੱਡਾ ਸਾਹਿਬ ਉੱਚਾ ਥਾਂ। ਪਰਮਾਤਮਾ ਬਹੁਤ ਵੱਡਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਤੇ ਇਹ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ। ਕਹਿੰਦੇ ਇਤਨਾ ਵੱਡਾ ਹੈ ਕਿ ਉਹਦਾ ਥਾਂ ਜਿੱਥੇ ਪਰਮਾਤਮਾ ਜੀ ਵਿਰਾਜਮਾਨ ਨੇ ਉਹ ਵੀ ਬਹੁਤ ਵੱਡਾ ਹੈ। ਪਰਮਾਤਮਾ ਆਪ ਵੱਡਾ ਹੈ। ਪਰਮਾਤਮਾ ਜਿਸ ਜਗ੍ਹਾ ਤੇ ਬੈਠਾ ਹੈ ਉਹ ਵੀ ਉਸ ਬਹੁਤ ਵੱਡੀ ਹੈ। ਵੱਡਾ ਸਾਹਿਬ ਉੱਚਾ ਥਾਂ, ਬੜਾ ਉੱਚਾ ਹੈ, ਬੜਾ ਵੱਡਾ, ਬੜਾ ਸ਼ਾਨਾਮਈ ਹੈ ਪਰਮਾਤਮਾ ਦਾ ਉਹ ਸਥਾਨ ਜਿੱਥੇ ਪਰਮਾਤਮਾ ਜੀ ਬੈਠੇ ਨੇ। ਪਰ ਇਸ ਤੋਂ ਵੀ ਉੱਪਰ ਕਿਹੜੀ ਗੱਲ ਕਹੀ ਹੈ? ਉੱਚੇ ਉੱਪਰ ਉੱਚਾ ਨਾਮ। ਕਹਿੰਦੇ ਪਰਮਾਤਮਾ ਬਹੁਤ ਵੱਡਾ ਹੈ, ਪਰਮਾਤਮਾ ਦਾ ਸਥਾਨ ਵੀ ਬਹੁਤ ਵੱਡਾ ਹੈ, ਪਰ ਸਭ ਤੋਂ ਵੱਡਾ ਕੀ ਹੈ? ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਜਿਹੜਾ ਉਹ ਸਭ ਤੋਂ ਉੱਤੇ ਹੈ। ਉੱਚੇ ਉੱਪਰ ਉੱਚਾ ਨਾਮ, ਕਿ ਇੰਨਾ ਉੱਚਾ ਪਰਮਾਤਮਾ ਹੈ, ਉਹਦਾ ਪਰਮਾਤਮਾ ਦਾ ਨਾਮਣਾ, ਪਰਮਾਤਮਾ ਦੀ ਵਡਿਆਈ ਵੀ ਉਸ ਤੋਂ ਕਿਤੇ ਉੱਚੀ ਹੈ, ਬਹੁਤ ਵੱਡੀ ਹੈ। ਕਹਿੰਦੇ ਏ ਵੱਡ ਉੱਚਾ ਹੋਵੇ ਕੋਈ। ਕਹਿੰਦੇ ਨੇ ਕਿ ਜਿੰਨਾ ਪਰਮਾਤਮਾ ਉੱਚਾ ਹੈ, ਜੇਕਰ ਕੋਈ ਉਹਦੇ ਬਰਾਬਰ ਉਤਨਾ ਉੱਚਾ ਹੋਵੇ ਤਾਂ ਹੀ ਗੱਲ ਬਣਦੀ ਹੈ। ਏ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਕਹਿੰਦੇ ਨੇ ਕਿ ਪਰਮਾਤਮਾ ਦੇ ਉੱਚੇ ਹੋਣ ਜਿੰਨਾ ਕੋਈ ਉੱਚਾ ਹੋਵੇ ਤਾਂ ਹੀ ਉਹ ਪਰਮਾਤਮਾ ਨੂੰ ਜਾਣ ਸਕਦਾ ਹੈ। ਪਰਮਾਤਮਾ ਦੇ ਬਰਾਬਰ ਜਾਂ ਪਰਮਾਤਮਾ ਤੋਂ ਉੱਚਾ ਤਾਂ ਕੋਈ ਹੈ ਹੀ ਨਹੀਂ, ਤੇ ਕਿਸ ਤਰੀਕੇ ਦੇ ਨਾਲ ਅਸੀਂ ਪਰਮਾਤਮਾ ਨੂੰ ਜਾਣ ਸਕਦੇ ਹਾਂ? ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਕਹਿੰਦੇ ਨੇ ਕਿ ਜੇਕਰ ਅਸੀਂ ਪਰਮਾਤਮਾ ਦੇ ਬਰਾਬਰ ਹੋਈਏ ਜਾਂ ਅਸੀਂ ਪਰਮਾਤਮਾ ਤੋਂ ਉੱਪਰ ਹੋਈਏ ਤਾਂ ਅਸੀਂ ਪਰਮਾਤਮਾ ਦੀ ਵਿਸ਼ਾਲਤਾ ਨੂੰ ਸਮਝ ਸਕਦੇ ਹਾਂ। ਪਰ ਅਸੀਂ ਤਾਂ ਪਰਮਾਤਮਾ ਤੋਂ ਕਿਤੇ ਨੀਵੇਂ ਆ, ਬਹੁਤ ਥੱਲੇ ਆ। ਪਰਮਾਤਮਾ ਦੀ ਵਿਸ਼ਾਲਤਾ ਨੂੰ ਅਸੀਂ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ? ਏ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵਡਿਆਪ ਜਾਣੈ ਆਪ ਆਪ। ਪਰਮਾਤਮਾ ਕਿੰਨਾ ਵੱਡਾ ਹੈ? ਕਹਿੰਦੇ ਨੇ ਕਿ ਇਹ ਕਿਸੇ ਨੂੰ ਨਹੀਂ ਪਤਾ, ਤੇ ਫਿਰ ਕਿਹਨੂੰ ਪਤਾ ਹੈ? ਜੇਵੜ ਆਪ ਜਾਣੈ ਆਪ ਆਪ। ਪਰਮਾਤਮਾ ਜੀ ਜਿੰਨੇ ਵੱਡੇ ਹਨ, ਪਰਮਾਤਮਾ ਜੀ ਜਿੰਨੇ ਵਿਸ਼ਾਲ ਹਨ, ਪਰਮਾਤਮਾ ਜੀ ਕਿੰਨੇ ਬੇਅੰਤ ਹਨ, ਕਹਿੰਦੇ ਇਹ ਆਪਣੇ ਆਪ ਨੂੰ ਖੁਦ ਹੀ ਜਾਣਦੇ ਨੇ। ਕੋਈ ਹੋਰ ਪਰਮਾਤਮਾ ਦੇ ਬਾਰੇ ਵਿਚਾਰ ਨਹੀਂ ਕਰ ਸਕਦਾ। ਜੇਵੜ ਆਪ ਜਾਣੈ ਆਪ ਆਪ। ਉਹ ਆਪਣੇ ਬਾਰੇ ਪਰਮਾਤਮਾ ਖੁਦ ਹੀ ਜਾਣਦਾ ਹੈ, ਅਸੀਂ ਨਹੀਂ ਜਾ ਸਕਦੇ। ਅਸੀਂ ਤਾਂ ਕੀ ਕਰ ਰਹੇ ਹਾਂ? ਅੰਤ ਕਾਰਨ ਕੇਤੇ ਬਿਲਾਹੇ। ਅਸੀਂ ਤਾਂ ਇੱਥੇ ਵਿਲਕ ਰਹੇ ਹਾਂ, ਅਸੀਂ ਤਾਂ ਇੱਥੇ ਭਟਕ ਰਹੇ ਹਾਂ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਨ ਦੇ ਵਿੱਚ, ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ 'ਚ ਬਿਲਾਹੇ ਹਾਂ। ਪਰ ਅਸੀਂ ਪਰਮਾਤਮਾ ਦਾ ਅੰਤ ਨਹੀਂ ਲੱਭ ਸਕਦੇ, ਕਿਉਂਕਿ ਜੇਵੜ ਆਪ ਜਾਣੇ ਆਪ ਆਪ। ਤੇ ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿੰਦੇ ਨੇ, ਨਾਨਕ ਨਦਰੀ ਕਰਮੀ ਦਾਤ। ਤੇ ਆਮ ਮਨੁੱਖ ਨੂੰ ਦਾਤਾਂ ਕਿਵੇਂ ਮਿਲਦੀਆਂ ਨੇ? ਨਾਨਕ ਨਦਰੀ ਕਰਮੀ ਦਾਤ। ਕਿ ਦਾਤ ਕਿੱਦਾਂ ਮਿਲਦੀ ਏ? ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਜਦੋਂ ਉਹਦੀ ਕਰਮ ਹੋ ਜਾਵੇ ਤਾਂ ਪਰਮਾਤਮਾ ਦੀ ਮਿਹਰ ਦੀ ਨਜ਼ਰ ਦੇ ਨਾਲ ਆਮ ਮਨੁੱਖ ਨੂੰ ਦਾਤਾਂ ਮਿਲਦੀਆਂ ਨੇ, ਪਰਮਾਤਮਾ ਦੀ ਜਾਣਕਾਰੀ ਮਿਲਦੀ ਹੈ, ਪਰਮਾਤਮਾ ਵੱਲੋਂ ਬਖਸ਼ਿਸ਼ਾਂ ਮਿਲਦੀਆਂ ਨੇ। ਜਦੋਂ ਪਰਮਾਤਮਾ ਦੀ ਮਿਹਰ ਦੀ ਨਜ਼ਰ ਇੱਕ ਆਮ ਮਨੁੱਖ ਤੇ ਪੈਂਦੀ ਹੈ ਤੇ ਪਰਮਾਤਮਾ ਉਸ ਮਨੁੱਖ ਨੂੰ ਦਾਤਾਂ ਦੀਆਂ ਝੋਲੀਆਂ ਭਰ ਦਿੰਦਾ ਹੈ। ਇਸ ਪੌੜੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਅਕਾਲ ਪੁਰਖ ਦੇ ਬੇਅੰਤ ਹੋਣ ਦੇ ਬਾਰੇ ਜ਼ਿਕਰ ਕੀਤੀ ਹੈ ਕਿ ਪਰਮਾਤਮਾ ਦੇ ਬਾਰੇ ਖੋਜਬੀਨ ਕਰਨ ਦੇ ਨਾਲ ਪਰਮਾਤਮਾ ਦਾ ਅੰਤ ਨਹੀਂ ਲੱਭਦਾ। ਅਸੀਂ ਜਿਤਨਾ ਜ਼ਿਆਦਾ ਲੱਭਾਂਗੇ ਪਰਮਾਤਮਾ, ਉਤਨਾ ਹੀ ਸਾਨੂੰ ਵੱਡਾ, ਉਤਨਾ ਹੀ ਵਿਸ਼ਾਲ, ਉਤਨਾ ਹੀ ਬੇਅੰਤ ਲੱਗਣਾ ਸ਼ੁਰੂ ਹੋ ਜਾਏਗਾ। ਅਸੀਂ ਕੋਸ਼ਿਸ਼ ਇਹੀ ਕਰੀਏ ਕਿ ਉਹਦੀ ਮਿਹਰ ਦੀ ਨਿਗਾਹ ਲੈਣ ਦੇ ਲਈ ਕੁਝ ਕੰਮ ਕਰੀਏ, ਕੁਝ ਅਜਿਹੇ ਕਾਰਜ ਕਰੀਏ ਕਿ ਪਰਮਾਤਮਾ ਦੀ ਮਿਹਰ ਦੀ ਨਿਗਾਹ ਸਾਡੇ ਤੇ ਪਵੇ ਤੇ ਸਾਡੀ ਵੀ ਝੋਲੀ ਉਹਦੇ ਨਾਮ ਦਾਤ ਦੇ ਨਾਲ ਭਰ ਜਾਵੇ। ਤੇ ਆਓ
ਇਸਨੀਆਂ ਕੁ ਵਿਚਾਰਾਂ ਦੇ ਨਾਲ ਅੱਜ ਦੀ ਪੌੜੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ, ਜੇਕਰ ਤੁਹਾਨੂੰ ਇਹ ਆਸਾਨੀ ਦੇ ਨਾਲ ਸਮਝ ਆ ਰਿਹਾ ਹੈ, ਤਾਂ ਦੋਸਤਾਂ ਮਿੱਤਰਾਂ ਦੇ ਨਾਲ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ, ਸਾਡੀਆਂ ਵੀਡੀਓਜ਼ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।